सतगुरां दे पास। मन दे विच सतगुरां ते भावना रखो, शरधा रखो, तां उत्थों कुछ प्राप्त होना है। शरधा तो बिना, भावना तो बिना गुरु दे दर तो कुछ भी प्राप्त नहीं हो सकता। शरधा वालियां दियां ही झोलियां भरदियां हन। शरधा वानं लभदं ज्ञानं, शरधहीन कछ पावत नाही। ਤੇ ਇਹ ਘੋੜੀ ਤੋਂ ਥੱਲੇ ਉਤਰ ਕੇ ਚੱਲਿਆ ਹੈ। ਪੈਰ ਥਿੜਕਦੇ ਹਨ, ਕਦੇ ਇੱਧਰ ਪੈਰ ਰੱਖ ਦਿੰਦਾ, ਕਦੇ ਇੱਧਰ। ਇਸ ਦੇ ਦੋ ਆਦਮੀ ਇਸ ਨੂੰ ਬਾਹਾਂ ਤੋਂ ਪਕੜ ਕੇ ਅੱਗੇ ਅੱਗੇ ਤੋਰਦੇ ਹਨ। ਜਦ ਸਤਿਗੁਰਾਂ ਦੇ ਨੇੜੇ ਪਹੁੰਚਿਆ, ਇਹਨਾਂ ਨੇ ਦੱਸ ਦਿੱਤਾ ਅੱਗੇ ਸਤਿਗੁਰੂ ਬੈਠੇ ਹਨ, ਤਾਂ ਉੱਚੀ ਦੇਣੇ ਪੁਕਾਰ ਕਰਦਾ, ਮੈਨੂੰ ਬਖਸ਼ ਲਵੋ, ਮਾਫ ਕਰ ਦੇਵੋ। ਤਾਂ ਜਦ ਇਸ ਤਰ੍ਹਾਂ ਦੂਰ ਤੋਂ ਹੀ ਬੇਨਤੀਆਂ ਕਰਦਾ ਹੈ, ਨੇੜੇ ਨਜ਼ਦੀਕ ਪਹੁੰਚਦਿਆਂ ਹੀ ਇਹਨਾਂ ਦੇ ਆਦਮੀਆਂ ਨੇ ਸਤਿਗੁਰਾਂ ਦੇ ਚਰਨਾਂ 'ਤੇ ਇਸ ਨੂੰ ਪਾਇਆ। ਇਹ ਸਤਿਗੁਰਾਂ ਦੇ ਚਰਨ ਫੜ ਕੇ ਆਪਣਾ ਮਸਤਕ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਰੱਖਿਆ, ਸਿਰ ਚਰਨਾਂ 'ਤੇ ਰੱਖਿਆ, ਲੰਮਾ ਪੈ ਜਾਂਦਾ ਹੈ। ਬੇਨਤੀਆਂ ਕਰਦਾ ਹੈ, ਸੱਚੇ ਪਾਤਸ਼ਾਹ ਮੇਰੇ ਤੋਂ ਤੇ ਵੱਡੀ ਭੁੱਲ ਹੋ ਗਈ। ਮੈਂ ਆਪ ਜੀਆਂ ਦੇ ਜਸ ਤੋਂ ਅਣਜਾਣ ਸੀ, ਆਪ ਜੀਆਂ ਦਾ ਜਸ ਨਹੀਂ ਸਮਝ ਸਕਿਆ। ਜਿੱਥੇ ਚਾਰੇ ਵਰਨਾਂ ਦੇ ਲੋਕ ਆਪ ਜੀਆਂ ਦੇ ਪਾਸ ਆ ਕੇ ਨਮਸਕਾਰਾਂ ਕਰਦੇ ਹਨ, ਮੱਥੇ ਟੇਕਦੇ ਹਨ, ਸੇਵਾ ਕਰਦੇ ਹਨ, ਆਪ ਜੀਆਂ ਦੇ ਬਚਨ ਸੁਣ ਕੇ ਨਿਹਾਲ ਹੋ ਜਾਂਦੇ ਹਨ, ਉੱਥੇ ਮੈਂ ਦਿਨ ਰਾਤ ਆਪ ਜੀਆਂ ਦੀ ਨਿੰਦਿਆ ਦੇ ਵਿੱਚ ਹੀ ਲੱਗਿਆ ਰਹਿੰਦਾ ਸੀ। ਆਪ ਜੀਆਂ ਦੇ ਪ੍ਰਤੀ ਬੋਲ ਕਬੋਲ ਖੋਟੇ ਬੋਲ ਬੋਲਦਾ ਹੀ ਰਹਿੰਦਾ ਸੀ। ਕਿਰਪਾ ਕਰਕੇ ਹੁਣ ਮੈਨੂੰ ਬਖਸ਼ ਲਵੋ, ਮੈਂ ਆਪ ਜੀਆਂ ਦੀ ਸ਼ਰਨ ਆਇਆ ਹਾਂ। ਜਦ ਇਸ ਤਰ੍ਹਾਂ ਕਿਕਿਆ ਕੇ ਬੇਨਤੀਆਂ ਕੀਤੀਆਂ, ਵਾਰ-ਵਾਰ ਤਰਲੇ ਲਏ, ਸਤਿਗੁਰੂ ਮਹਾਰਾਜ ਜੀ ਇਸ ਦੀ ਹੁਣ ਇਸ ਤਰ੍ਹਾਂ ਦੀ ਨਿਮਰਤਾ ਨੂੰ ਦੇਖ ਕੇ, ਇਸ ਤਰ੍ਹਾਂ ਦੇ ਤਰਲਿਆਂ ਨੂੰ ਦੇਖ ਕੇ ਸਤਿਗੁਰੂ ਦਇਆ ਦੇ ਘਰ ਦੇ ਵਿੱਚ ਆਏ ਅਤੇ ਕਿਰਪਾ ਦ੍ਰਿਸ਼ਟੀ ਇਸ ਦੇ ਉੱਪਰ ਪਾਉਣ ਲੱਗੇ ਹਨ। ਕਿਰਪਾ ਦ੍ਰਿਸ਼ਟੀ ਇਸ ਦੇ ਉੱਤੇ ਪਾਉਂਦੇ ਹਨ ਅਤੇ ਗੁਰੂ ਮਹਾਰਾਜ ਜੀ ਇਸ ਨੂੰ ਕਹਿੰਦੇ ਹਨ ਕਿ ਕਰੋੜੀਆ ਉੱਠੋ, ਹੁਣ ਉੱਠੋ ਅਤੇ ਆਪਣੇ ਨੇਤਰ, ਆਪਣੀਆਂ ਅੱਖਾਂ ਖੋਲ੍ਹਣੀਆਂ ਕਰੋ। ਸਤਿਗੁਰਾਂ ਦੇ ਮਿੱਠੇ ਅੰਮ੍ਰਿਤਮਈ ਬਚਨ ਸੁਣੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਸਤਿਗੁਰੂ ਮਹਾਰਾਜ ਜੀਆਂ ਦੇ ਇਸ ਤਰ੍ਹਾਂ ਦੇ ਬਚਨ ਸੁਣੇ। ਇਸ ਨੇ ਆਪਣਾ ਸਿਰ ਸਤਿਗੁਰਾਂ ਦੇ ਚਰਨਾਂ ਤੋਂ ਚੁੱਕਿਆ। ਜਦ ਦੇਖਣਾ ਕੀਤਾ ਤੇ ਇਸ ਦੀ ਦ੍ਰਿਸ਼ਟੀ, ਇਸ ਦੀ ਨਿਗਾਹ ਬਿਲਕੁਲ ਪਹਿਲਾਂ ਦੀ ਸਮਾਨ ਠੀਕ ਹੋ ਚੁੱਕੀ ਹੈ। ਇਹ ਬੜਾ ਆਨੰਦਿਤ ਹੋਇਆ, ਬੜਾ ਖੁਸ਼ ਹੋਇਆ। ਸਾਹਮਣੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਦਰਸ਼ਨ ਹੋ ਰਹੇ ਹਨ। ਹੁਣ ਵਾਰ-ਵਾਰ ਸਤਿਗੁਰਾਂ ਦੇ ਚਰਨਾਂ 'ਤੇ ਫਿਰ ਨਮਸਕਾਰਾਂ ਕਰਦਾ ਹੈ, ਫਿਰ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਆਪਣੇ ਰਹਿਮਤ ਕਰ ਦਿੱਤੀ। ਭਾਵੇਂ ਮੈਂ ਵੱਡੀ ਗਲਤੀ, ਵੱਡੀ ਭੁੱਲ ਕੀਤੀ ਸੀ, ਆਪ ਜੀਆਂ ਨੇ ਬਖਸ਼ ਲਿਆ ਹੈ। ਇੱਕ ਮੇਰੀ ਬੇਨਤੀ ਹੋਰ ਵੀ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰੋ ਕਿ ਮੇਰੀ ਇਹ ਤੁਛ ਜਿਹੀ ਭੇਟਾ ਪ੍ਰਵਾਨ ਕਰੋ ਕਿ ਜਿਸ ਧਰਤੀ ਦੇ ਉੱਤੇ, ਜਿਸ ਜ਼ਮੀਨ ਦੇ ਵਿੱਚ ਤੁਸੀਂ ਬੈਠੇ ਹੋ ਨਾ, ਇਸ ਜ਼ਮੀਨ ਦੀ ਮਾਲਕੀ ਮੈਂ ਕਰਦਾ ਹਾਂ। ਇਹ ਸਾਰੀ ਦੀ ਸਾਰੀ ਜ਼ਮੀਨ ਮੈਂ ਆਪ ਜੀਆਂ ਦੇ ਨਾਮ 'ਤੇ ਹੀ ਕਰਨੀ ਚਾਹੁੰਦਾ ਹਾਂ। ਇਸ ਸਥਾਨ 'ਤੇ ਆਪ ਜੀਆਂ ਦੀ ਸੋਹਣੀ ਧਰਮਸ਼ਾਲਾ ਹੋਣੀ ਚਾਹੀਦੀ ਹੈ, ਆਪ ਜੀਆਂ ਦਾ ਹੀ ਨਗਰ ਹੋਣਾ ਚਾਹੀਦਾ ਹੈ। ਤਾਂ ਜਦ ਇਸ ਤਰ੍ਹਾਂ ਦੇ ਨਾਲ ਬੇਨਤੀਆਂ ਕੀਤੀਆਂ, ਸਤਿਗੁਰਾਂ ਬਚਨ ਕੀਤਾ, ਜੇ ਤੂੰ ਇਹ ਸੇਵਾ ਕਰਨੀ ਚਾਹੁੰਦਾ ਹੈ ਤੇ ਕਰ ਸਕਦਾ ਹੈ ਸਿੱਖ ਸੰਗਤਾਂ ਦੇ ਲਈ। ਇਸ ਨੇ ਆਪਣੇ ਆਦਮੀ ਭੇਜ ਕੇ ਉਸੇ ਟਾਈਮ ਘਰ ਬਣਾਉਣ ਵਾਲੇ ਜਾਣੇ ਰਾਜ ਮਿਸਤਰੀਆਂ ਨੂੰ ਲਿਆਂਦਾ ਗਿਆ। ਹੋਰ ਜੋ ਵੀ ਮਕਾਨ ਆਦਿ ਤਿਆਰ ਕਰਨ ਦੇ ਲਈ ਸਾਰੀ ਸਮੱਗਰੀ ਦੀ ਜ਼ਰੂਰਤ ਸੀ, ਸਾਜੋ ਸਮਾਨ ਦੀ ਜਿਸ ਜਿਸ ਵਸਤੂ ਦੀ ਲੋੜ ਸੀ, ਸਾਰਾ ਹਾਜ਼ਰ ਕੀਤਾ ਗਿਆ। ਇਸੇ ਸਥਾਨ 'ਤੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਗਏ। ਕੁਝ ਕੁ ਦਿਨਾਂ ਦੇ ਵਿੱਚ ਸੋਹਣੇ ਕਮਰੇ, ਸੋਹਣੇ ਮਕਾਨ ਬਣ ਕੇ ਤਿਆਰ ਹੋ ਜਾਂਦੇ ਹਨ। ਸਾਰਾ ਨਗਰ ਵਸਾਇਆ ਗਿਆ। ਨਗਰ ਵਸਾਉਣ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਸੋਹਣੇ ਨਗਰ ਦਾ ਨਾਮ ਵੀ ਆਪ ਜੀਆਂ ਦੇ ਨਾਮ 'ਤੇ ਹੀ ਹੋਣਾ ਚਾਹੀਦਾ ਹੈ। ਮੇਰੀ ਇਹ ਵੀ ਬੇਨਤੀ ਪ੍ਰਵਾਨ ਕਰੋ ਕਿ ਆਪ ਜੀ ਆਪਣੇ ਮੁਖਾਰ ਬਿੰਦ ਤੋਂ ਇਸ ਨਗਰ ਦਾ ਨਾਮ ਰੱਖੋ। ਸਤਿਗੁਰਾਂ ਨੇ ਕਿਹਾ ਕਿ ਉਸ ਕਰਤਾਰ ਦੇ ਹੱਥ ਵੱਸ ਹੈ ਸਭ ਕੁਝ, ਉਸ ਪ੍ਰਭੂ ਦੇ ਅਨੁਸਾਰ ਸਭ ਕੁਝ ਹੋ ਰਿਹਾ ਹੈ।
ਉਸ ਪ੍ਰਭੂ ਦੇ ਉਸ ਕਰਤਾਰ ਦੇ ਹੱਥ ਵੱਸ ਹੈ। ਇਸ ਕਰਕੇ ਇਸ ਨਗਰ ਦਾ ਨਾਮ ਵੀ ਉਸ ਕਰਤਾਰ ਦੇ ਨਾਮ ਤੇ ਹੀ ਪਵੇਗਾ। ਜੋ ਨਗਰ ਦਾ ਨਾਮ ਸਤਿਗੁਰਾਂ ਕਰਤਾਰਪੁਰ ਰੱਖ ਦਿੱਤਾ, ਜੋ ਅੱਜ ਪਾਕਿਸਤਾਨ ਦੇ ਵਿੱਚ ਹੈ, ਤਾਂ ਉਸ ਸਮੇਂ ਸੋਹਣੀ ਧਰਮਸ਼ਾਲਾ ਦੇ ਵਿੱਚ ਸਤਿਗੁਰਾਂ ਦੇ ਲਈ ਸੋਹਣੇ ਕਮਰੇ ਦੇ ਵਿੱਚ ਬੜੀ ਸਜਾਵਟ ਕਰਕੇ ਸੋਹਣਾ ਪਲੰਘਾ ਲਾਇਆ ਗਿਆ, ਸੋਹਣਾ ਬਿਸਤਰਾ ਵਿਛਾਇਆ ਗਿਆ, ਸਤਿਗੁਰਾਂ ਦੇ ਚਰਨ ਪਵਾਏ ਗਏ, ਸਤਿਗੁਰਾਂ ਨੂੰ ਉਸ ਸੋਹਣੇ ਪਲੰਘੇ ਤੇ ਬਿਰਾਜਮਾਨ ਕੀਤਾ ਗਿਆ। ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦਾ ਚਰਨਾ ਅੰਮ੍ਰਿਤ ਵੀ ਲੈ ਕੇ ਸਿੱਖ ਹੋਇਆ। ਸਤਿਗੁਰਾਂ ਦੀ ਆਰਤੀ ਉਤਾਰੀ ਗਈ। ਬੜੀਆਂ ਸਿੱਖ ਸੰਗਤਾਂ ਦਾ ਇਕੱਠ ਪਹਿਲੇ ਹੀ ਜੁੜਿਆ ਹੋਇਆ ਸੀ। ਹੋਰ ਵੀ ਸਿੱਖ ਸੰਗਤਾਂ ਆਉਣ ਵਾਲੇ ਪ੍ਰੇਮੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ। ਤਾਂ ਜਦ ਇਸੇ ਤਰ੍ਹਾਂ ਦੇ ਨਾਲ ਸਾਰੀ ਤਿਆਰੀ ਹੋਈ ਤਾਂ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕਰਕੇ ਆਪਣੇ ਮਹਿਲ ਮਾਤਾ ਸੁਲੱਖਣੀ ਜੀ ਨੂੰ ਵੀ ਇਸੇ ਅਸਥਾਨ ਤੇ ਬੁਲਾਇਆ ਕਿ ਜਾਓ ਕਹੋ ਸੁਲੱਖਣੀ ਜੀ ਨੂੰ ਕਿ ਇਸ ਅਸਥਾਨ ਤੇ ਆਉਣ ਅਤੇ ਆਪਣੇ ਦੋਨੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਪਹੁੰਚ ਜਾਣ। ਤਾਂ ਮਾਤਾ ਸੁਲੱਖਣੀ ਜੀ ਆਪਣੇ ਦੋਨੇ ਸਾਹਿਬਜ਼ਾਦੇ ਵੱਡੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਛੋਟੇ ਬਾਬਾ ਲਖਮੀ ਦਾਸ ਜੀ ਦੋਨਾਂ ਨੂੰ ਨਾਲ ਲੈ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਹਨ ਅਤੇ ਇਸੇ ਧਰਮਸ਼ਾਲਾ ਦੇ ਵਿੱਚ ਇਸੇ ਅਸਥਾਨ ਤੇ ਜਾਣੇ ਸ਼੍ਰੀ ਕਰਤਾਰਪੁਰ ਸਾਹਿਬ ਹੀ ਸਤਿਗੁਰਾਂ ਦੇ ਪਾਸ ਹੀ ਰਹਿ ਕੇ ਸਮਾਂ ਬਤੀਤ ਕਰਦੇ ਹਨ ਅਤੇ ਬੜਾ ਆਨੰਦ ਮਾਣਦੇ ਹਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਬਣੀ ਬਹੁਤ ਨਿੱਕੀ ਧਰਮਸ਼ਾਲਾ। ਕਰਤਾਰਪੁਰ ਦੇ ਵਿੱਚ ਇਹ ਸਤਿਗੁਰਾਂ ਦੇ ਲਈ ਬਹੁਤ ਸੋਹਣੀ ਧਰਮਸ਼ਾਲਾ ਤਿਆਰ ਕੀਤੀ ਹੋਈ ਸੀ। ਬੈਠੇ ਤੇ ਕੇ ਵਿੱਚ ਕਿਰਪਾਲਾ। ਉਸ ਧਰਮਸ਼ਾਲਾ ਦੇ ਵਿੱਚ ਸਤਿਗੁਰਾਂ ਦਾ ਸੋਹਣਾ ਪਲੰਘਾ ਡਾਇਆ, ਸੋਹਣਾ ਆਸਣ ਲਾਇਆ। ਉੱਥੇ ਸਤਿਗੁਰੂ ਆਸਣ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ। ਨਿਸਬਾਸਰ ਹਵੇ ਕੀਰਤਨ ਭਾਰੀ। ਇੱਥੇ ਸੰਗਤਾਂ ਦਾ ਬੜਾ ਇਕੱਠ ਹੁੰਦਾ ਸੀ। ਨਿਸਬਾਸਰ ਜਾਣੇ ਦਿਨ ਦੇ ਵਿੱਚ 2 ਟਾਈਮ ਸਤਿਗੁਰਾਂ ਦਾ ਦੀਵਾਨ ਲੱਗਦਾ। ਸਵੇਰੇ ਅੰਮ੍ਰਿਤ ਵੇਲੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ। ਸ਼ਾਮ ਦੇ ਵਕਤ ਦਾ ਵੀ ਦੀਵਾਨ ਸਜਾਇਆ ਜਾਂਦਾ। ਇਉਂ ਸਿੱਖ ਸੰਗਤਾਂ ਜਿੱਥੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਲਾਹੇ ਖੱਟਦੇ ਹਨ ਅਤੇ ਸਤਿਗੁਰੂ ਮਹਾਰਾਜ ਜੀਆਂ ਦੀ ਸੇਵਾ, ਸਿੱਖ ਸੰਗਤਾਂ ਦੀ ਸੇਵਾ ਤੋਂ ਲਾਹੇ ਖੱਟਦੇ ਹਨ, ਉੱਥੇ ਗੁਰੂ ਮਹਾਰਾਜ ਜੀਆਂ ਦੇ ਅੰਮ੍ਰਿਤਮਈ ਬਚਨ ਸੁਣ ਕੇ ਵੀ ਸੰਗਤਾਂ ਲਾਹੇ ਲੈਂਦੀਆਂ ਹਨ। ਪੜ੍ਹੈ ਸ਼ਬਦ ਪੁਨ ਕਰੈ ਵਿਚਾਰੀ। ਗੁਰੂ ਕੇ ਸਿੱਖ ਗੁਰੂ ਕੀ ਬਾਣੀ, ਗੁਰੂ ਕੇ ਸ਼ਬਦ ਪੜ੍ਹਦੇ ਹਨ ਅਤੇ ਸ਼ਬਦਾਂ ਦੀ, ਗੁਰਬਾਣੀ ਦੀ ਵਿਚਾਰ ਕਰਦੇ ਹਨ। ਬੋਵੈ ਬਹੁਤ ਅਨ ਕਿਰਸਕਾਰੀ। ਤਾਂ ਇੱਥੇ ਬੜੇ ਸਿੱਖ ਹੁਣ ਸੇਵਾ ਦੇ ਵਿੱਚ ਲੱਗੇ ਹੋਏ ਹਨ। ਇੱਥੇ ਹੀ ਸਤਿਗੁਰੂ ਮਹਾਰਾਜ ਜੀਆਂ ਨੇ ਖੇਤੀ ਆਦਿ ਕਰਨੀ ਇਹ ਵੀ ਕੀਤੀ। ਖੇਤੀ ਆਦਿ ਕਰਦੇ ਆਪ ਵੀ ਖੇਤੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਸਿੱਖ ਸੰਗਤਾਂ ਦੇ ਵਿੱਚ ਮਿਲ ਕੇ ਸੇਵਾ ਕਰਦੇ ਅਤੇ ਹੋਰ ਵੀ ਬੜੀਆਂ ਸਿੱਖ ਸੰਗਤਾਂ ਸੇਵਾ ਆਦਿ ਦੇ ਵਿੱਚ ਲੱਗੇ ਰਹਿੰਦੇ। ਪਾਕੇ ਤੇ ਜਬ ਹੋਏ ਤਿਆਰੀ। ਜਦ ਇਸ ਤਰ੍ਹਾਂ ਫਸਲਾਂ ਤਿਆਰ ਹੁੰਦੀਆਂ, ਪੱਕ ਜਾਂਦੀਆਂ, ਤਾਂ ਸਤਿਗੁਰੂ ਮਹਾਰਾਜ ਜੀਆਂ ਦੇ ਹੁਕਮ ਅਨੁਸਾਰ ਪੱਕੀ ਹੋਈ ਫਸਲ ਵੱਢੀ ਜਾਂਦੀ। ਅਨਹਿ ਸਤਿਗੁਰ ਕੇਰ ਅਗਾਰੀ। ਤਾਂ ਗੁਰੂ ਕੇ ਸਿੱਖ ਹੁਣ ਸਾਰੀ ਫਸਲ ਕਿੰਨੇ ਟਾਈਮ ਦੇ ਵਿੱਚ ਤਿਆਰ ਹੋਈ, ਤਿਆਰ ਹੋ ਕੇ ਦਾਣੇ ਨਿਕਲ ਜਾਂਦੇ ਹਨ, ਸਤਿਗੁਰਾਂ ਦੇ ਪਾਸ ਇਸ ਧਰਮਸ਼ਾਲਾ ਦੇ ਵਿੱਚ ਰੱਖਦੇ ਹਨ। ਦੇਗ ਚਲਾਵੇਂ ਤੈ ਠਾ ਭਾਰੀ। ਉਸ ਫਸਲ ਦੇ ਨਾਲ, ਉਸ ਅੰਨ ਦੇ ਨਾਲ ਸਤਿਗੁਰੂ ਮਹਾਰਾਜ ਇਸੇ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਵੱਡੇ ਵੱਡੇ ਲੰਗਰ ਚਲਾਉਂਦੇ ਹਨ, ਜਿਸ ਅਸਥਾਨ ਤੇ ਬਹੁਤ ਸਾਰੇ ਗਰੀਬ ਅਤੇ ਅਮੀਰ ਸਾਰੇ ਤਰ੍ਹਾਂ ਦੇ ਬਾਕੀ ਸਾਧੂ ਸੰਤ ਮਹਾਤਮਾ ਆਉਂਦੇ ਜਾਂਦੇ ਰਹਿੰਦੇ ਸਨ। ਭੁੱਖਾ ਰਹਿ ਨਾ ਪਾਵੇ ਕੋਈ। ਇਹ ਨੇੜੇ ਤੇੜੇ ਇਲਾਕਿਆਂ ਦੇ ਵਿੱਚ ਵੀ ਕੋਈ ਵੀ ਗਰੀਬ ਭਿਖਾਰੀ ਆਦਿ ਵੀ ਭੁੱਖਾ ਨਹੀਂ ਰਹਿੰਦਾ ਸੀ।
ਸਤਿਗੁਰਾਂ ਦਾ ਐਸਾ ਵੱਡਾ ਲੰਗਰ ਚਲਾਇਆ ਹੋਇਆ ਸੀ ਕਿ ਸਭ ਇਸ ਲੰਗਰ ਦੇ ਵਿੱਚੋਂ ਨਿਹ ਸੰਸੇ ਬਿਨੇ ਕਿਸੇ ਸ਼ੰਕੇ ਤੋਂ ਭੋਜਨ ਪਾਣੀ ਆਦਿ ਛਕਦੇ ਰਹਿੰਦੇ ਸਨ। ਸਰਵ ਕਾਲ ਮੈਂ ਭੋਜਨ ਹੋਈ। ਹਰ ਟਾਈਮ ਅੱਠੇ ਪੈਰ ਇਸੇ ਅਸਥਾਨ ਤੇ ਸਤਿਗੁਰਾਂ ਦਾ ਲੰਗਰ ਜਾਰੀ ਰਹਿੰਦਾ ਸੀ। ਇਕੱਠੇ ਪਏ ਲੋਕ ਬਹੁ ਆਏ। ਤਾਂ ਬਹੁਤ ਸਾਰੀਆਂ ਸਿੱਖ ਸੰਗਤਾਂ ਸਤਿਗੁਰਾਂ ਦੇ ਪਾਸ ਇਕੱਠੇ ਹੁੰਦੇ ਰਹਿੰਦੇ। ਦਰਸ਼ਨ ਕਰਹਿ ਜਨਮ ਫਲ ਪਾਈ। ਹੁਣ ਗੁਰੂ ਕੇ ਸਿੱਖ ਸਤਿਗੁਰਾਂ ਦਾ ਦਰਸ਼ਨ ਕਰਕੇ ਹੀ ਨਿਹਾਲ ਹੋ ਜਾਂਦੇ ਹਨ। ਫਿਰ ਸਤਿਗੁਰਾਂ ਦੇ ਬਚਨ ਸੁਣ ਕੇ ਗੁਰਸਿੱਖੀ ਨੂੰ ਧਾਰਨ ਕਰਦੇ ਹਨ। ਸਤਿਗੁਰਾਂ ਦਾ ਚਰਨਾ ਅੰਮ੍ਰਿਤ ਲੈ ਕੇ ਸਿੱਖ ਬਣ ਜਾਂਦੇ ਹਨ। ਸਿੱਖੀ ਦੀ ਰਹੁ ਰੀਤੀ ਸਤਿਗੁਰਾਂ ਦੇ ਪਾਸੋਂ ਸਿੱਖ ਕੇ ਉਸੇ ਮਰਿਆਦਾ ਦੇ ਅਨੁਸਾਰ ਹੀ ਆਪਣਾ ਜੀਵਨ ਢਾਲਦੇ ਹਨ ਅਤੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਦੇ ਹਨ। ਉਹ ਤੋ ਕਰਮ ਕਾਂਡੀ ਇੱਕ ਦਿਜਬਰ। ਤੇ ਇੱਕ ਕਰਮ ਕਾਂਡੀ ਪੰਡਿਤ, ਜਿੱਥੇ ਹੋਰ ਸਿੱਖ ਸੰਗਤਾਂ ਬਹੁਤ ਸਾਰੇ ਸਾਧੂ ਮਹਾਤਮਾ ਸਤਿਗੁਰਾਂ ਦੇ ਪਾਸ ਕਰਤਾਰਪੁਰ ਸਾਹਿਬ ਇੱਥੇ ਚੱਲ ਕੇ ਆਉਂਦੇ ਸਨ ਨਾ, ਤੇ ਬਹੁਤ ਸਾਰੇ ਰਿਸ਼ੀ ਮੁਨੀ ਦਿਜ ਪੰਡਿਤ ਆਦ ਇਹ ਵੀ ਆਉਂਦੇ ਸਨ। ਇੱਕ ਕਰਮ ਕਾਂਡੀ ਪੰਡਿਤ ਉਹ ਇੱਕ ਦਿਨ ਚੱਲ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਸ ਪਹੁੰਚ ਜਾਂਦਾ ਹੈ। ਸਤਿਗੁਰ ਟੇਕ ਆਇਓ ਤਬ ਚਲ ਕਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਸ ਇਸ ਧਰਮਸ਼ਾਲਾ ਦੇ ਵਿੱਚ ਪਹਿਲੀ ਦਫਾ ਚੱਲ ਕੇ ਆਇਆ ਇਹ ਕਰਮ ਕਾਂਡੀ ਪੰਡਿਤ। ਇਹ ਕਰਮ ਕਾਂਡੀ ਪੰਡਿਤ ਪਹਿਲੀ ਵਾਰ ਸਤਿਗੁਰਾਂ ਦੇ ਪਾਸ ਆਇਆ ਤੇ ਆ ਕੇ ਦਰਸ਼ਨ ਕਰਦਾ ਹੈ। ਆਨ ਅਸ਼ੀਰਵਾਦ ਕੋ ਕੀਨੋ। ਤੇ ਆਉਂਦਿਆਂ ਸਾਰ ਇਸ ਨੇ ਅਸ਼ੀਰਵਾਦ ਦਾ ਬੋਲਾ ਬੋਲਿਆ। ਜਿਸ ਤਰ੍ਹਾਂ ਇਹਨਾਂ ਦੀ ਮਰਿਆਦਾ ਰਹੁ ਰੀਤੀ ਹੈ, ਤਾਂ ਉਹ ਅਸ਼ੀਰਵਾਦ ਦਾ ਬੋਲਾ ਬੋਲ ਕੇ ਸਤਿਗੁਰਾਂ ਦੇ ਨਜ਼ਦੀਕ ਪਹੁੰਚ ਜਾਂਦਾ ਹੈ। ਭੋਗ ਬਿਖੈ ਸੋਹਦੋ ਅਧੀਨੋ। ਤੇ ਜਿਸ ਕਰਮ ਕਾਂਡੀ ਪੰਡਿਤ ਨੂੰ ਬੜੀ ਭੁੱਖ ਪਿਆਸ ਲੱਗੀ ਹੋਈ ਸੀ, ਭੁੱਖ ਦੇ ਅਧੀਨ, ਭੁੱਖ ਤੋਂ ਤੰਗ ਸੀ ਔਰ ਸਤਿਗੁਰਾਂ ਦੇ ਪਾਸ ਪਹੁੰਚ ਚੁੱਕਿਆ ਸੀ। ਤੇ ਛਿਨ ਦੇਖ ਰਸੋਈ ਤਿਆਰੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਸਰਬਗਤਾ ਦੇ ਨਾਲ ਦੇਖ ਲਿਆ ਕਿ ਇਹ ਪੰਡਿਤ ਨੂੰ ਬੜੀ ਭੁੱਖ ਲੱਗੀ ਹੋਈ ਹੈ। ਹੁਣ ਸਾਡੇ ਪਾਸ ਭੋਜਨ ਪਾਣੀ ਲੰਗਰ ਪਾਣੀ ਵੀ ਤਾਜ਼ਾ ਤਿਆਰ ਕੀਤਾ ਪਿਆ ਹੈ। ਸਤਿਗੁਰੂ ਮਹਾਰਾਜ ਜਾਣੀ ਜਾਣ ਸਤਿਗੁਰੂ ਇਹ ਉਸੇ ਪੰਡਿਤ ਦੀ ਹਾਲਤ ਨੂੰ ਉਸੇ ਟਾਈਮ ਸਮਝ ਜਾਂਦੇ ਹਨ, ਕਿਉਂਕਿ ਸਤਿਗੁਰੂ ਮਹਾਰਾਜ ਸਭ ਸਰਬੱਗ ਹਨ, ਸਭ ਦੇ ਜਾਣਨ ਵਾਲੇ ਹਨ, ਘਟ ਘਟ ਦੀ ਜਾਣਨਹਾਰ ਹਨ। ਸਤਿਗੁਰੂ ਮਹਾਰਾਜ ਅੰਤਰਜਾਮੀ ਪੁਰਖ ਵਿਧਾਤੇ ਤੇ ਸਤਿਗੁਰੂ ਮਹਾਰਾਜ ਜਾਣੀ ਜਾਣ ਪਾਤਸ਼ਾਹ, ਕਿਉਂਕਿ ਸਤਿਗੁਰੂ ਮਹਾਰਾਜ ਜੀਆਂ ਦੇ ਗੁਰਸਿੱਖਾਂ ਦੇ ਵਿੱਚ ਵੀ ਤੇ ਇਹੋ ਜਿਹੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਹੁੰਦੀਆਂ ਸਨ। ਵੱਡੀਆਂ ਛੋਟੀਆਂ ਸਾਰੀਆਂ ਸ਼ਕਤੀਆਂ ਗੁਰੂ ਕੇ ਚਰਨਾਂ ਦੇ ਵਿੱਚੋਂ ਗੁਰਸਿੱਖਾਂ ਨੂੰ ਵੀ ਪ੍ਰਾਪਤ ਹੋ ਰਹੀਆਂ ਸਨ। ਫਿਰ ਸਤਿਗੁਰੂ ਮਹਾਰਾਜ ਜੀਆਂ ਦੇ ਪਿਆਰੇ ਭਗਤ ਜਨ ਸਾਧੂ ਮਹਾਤਮਾ, ਉਹਨਾਂ ਦੇ ਵਿੱਚ ਵੀ ਇਹ ਬਹੁਤ ਸਾਰੀਆਂ ਸ਼ਕਤੀਆਂ ਹੋਇਆ ਕਰਦੀਆਂ ਸਨ, ਜਿਨ੍ਹਾਂ ਦੇ ਨਾਲ ਜੀਵਾਂ ਦਾ ਭਲਾ ਕਰਦੇ, ਦੁਨੀਆ ਦਾ ਉਧਾਰ ਕਰਦੇ। ਅੰਤਰਜਾਮਤਾ ਦੀ ਵਿਚਾਰ ਕੀਤੀ ਜਾਵੇ ਤੇ ਆਪਣੇ ਇਸੇ ਅਸਥਾਨ 'ਤੇ ਛੋਟੇ ਸੰਤ ਜੀ ਮਹਾਰਾਜ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀਆਂ ਦੇ ਜੀਵਨ ਦੇ ਵਿੱਚ ਵੀ ਗੁਰਸਿੱਖਾਂ ਨੇ ਬਹੁਤ ਦਫਾ ਇਸ ਤਰ੍ਹਾਂ ਅੰਤਰਜਾਮਤਾ ਦੇ ਵਚਨ ਦੇਖਣਾ ਕੀਤੇ ਕਿ ਜੋ ਸੰਤ ਜੀ ਮਹਾਰਾਜ ਜੀਆਂ ਦੇ ਵਿੱਚ ਪਾਏ ਜਾਂਦੇ ਸੀ ਅਤੇ ਜੀਵਾਂ ਦਾ ਭਲਾ ਕਰਦੇ ਸੀ, ਦੁਖੀਆਂ ਦੇ ਦੁੱਖ ਦੂਰ ਕਰਦੇ ਸਨ। ਅੰਤਰਜਾਮਤਾ ਦੀ ਬਾਬਤ ਵਿਚਾਰ ਕਿ ਇੱਕ ਸਮੇਂ ਦਬਲਾਣ ਵਾਲੇ ਸੰਤ ਬਾਬਾ ਹਰਜਿੰਦਰ ਸਿੰਘ ਜੀ, ਇਹਨਾਂ ਦੇ ਪਾਸ ਅਸੀਂ ਕੀਰਤਨ ਦੀਵਾਨ ਦੇ ਵਾਸਤੇ ਦਬਲਾਣ ਗਏ ਤੇ ਉਹਨਾਂ ਸੰਤ ਬਾਬਾ ਹਰਜਿੰਦਰ ਸਿੰਘ ਜੀਆਂ ਦੇ ਪਾਸ ਬੇਨਤੀ ਕੀਤੀ, ਜੀ ਤੁਸੀਂ ਸੰਤ ਜੀ ਮਹਾਰਾਜ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀਆਂ ਦੇ ਟਾਈਮ ਤੇ ਸਮੇਂ ਤੇ ਉਹਨਾਂ ਮਹਾਂਪੁਰਖਾਂ ਦੇ ਨਾਲ ਰਹਿੰਦੇ ਰਹੇ ਹੋ, ਉਸ ਸਮੇਂ ਦੀ ਵਾਰਤਾ ਕੋਈ ਹੱਡ ਬੀਤੀ ਸੁਣਾਉਣਾ ਕਰੋ ਸੰਤ ਜੀ ਮਹਾਰਾਜ ਜੀਆਂ ਦੇ ਜੀਵਨ ਦੇ ਵਿੱਚੋਂ। ਤਾਂ ਉਹਨਾਂ ਨੇ ਦੱਸਣਾ ਕੀਤਾ ਕਿ ਇੱਕ ਸਮੇਂ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀਆਂ ਦੇ ਪਾਸ ਅਸੀਂ ਸੇਵਾ ਦੇ ਵਿੱਚ ਲੱਗੇ ਹੋਏ ਸੀ। ਸੰਤ ਜੀ ਮਹਾਰਾਜ ਜੀਆਂ ਦੀ ਮੁੱਠੀ ਚਾਪੀ ਕਰ ਰਹੇ ਸੀ, ਜਾਣੇ ਚਰਨਾਂ ਦੀ ਸੇਵਾ ਕਰ ਰਹੇ ਸੀ।
ਤਾਂ ਚਰਨਾਂ ਦੀ ਸੇਵਾ ਕਰਦੇ ਕਰਦੇ ਕਿਸੇ ਗੁਰਮੁਖ ਪਿਆਰੇ ਨੇ 5 ਪੈਸੇ ਸੰਤ ਜੀ ਮਹਾਰਾਜ ਜੀਆਂ ਦੇ ਪਾਸ ਮੱਥਾ ਟੇਕੇ। ਜਦ ਇਸ ਤਰ੍ਹਾਂ 5 ਪੈਸੇ ਮੱਥਾ ਟੇਕੇ, ਉਸ ਟਾਈਮ ਦੇ ਵਿੱਚ ਇਹ 5 ਪੈਸੇ ਹੋਏ 10 ਪੈਸੇ 20 ਪੈਸੇ, ਇਹਨਾਂ ਦਾ ਵੀ ਬੜਾ ਕੁਝ ਮਿਲ ਜਾਂਦਾ ਸੀ। ਇਹਨਾਂ ਪੈਸਿਆਂ ਦੀ ਵੀ ਬੜੀ ਕੀਮਤ ਸੀ। ਅੱਜ ਇਹਨਾਂ ਪੈਸਿਆਂ ਦੀ ਕੀਮਤ ਨਹੀਂ ਰਹੀ ਅਤੇ 5 10 20 ਇਹ ਪੈਸੇ ਬੰਦ ਹੋ ਚੁੱਕੇ ਹਨ। ਤਾਂ ਸੰਤ ਜੀ ਮਹਾਰਾਜ ਜੀਆਂ ਦੇ ਪਾਸ ਜਦ ਇਸ ਤਰ੍ਹਾਂ ਮੱਥਾ ਟੇਕਿਆ ਤਾਂ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀਆਂ ਨੇ ਬੜੇ ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਉਹ 5 ਪੈਸੇ ਆਪਣੇ ਕਰ ਕਮਲਾਂ ਦੇ ਉੱਪਰ, ਆਪਣੇ ਪਵਿੱਤਰ ਹੱਥਾਂ ਦੇ ਉੱਪਰ ਰੱਖੇ। ਉਹਨਾਂ 5 ਪੈਸਿਆਂ ਨੂੰ ਹੱਥ ਦੇ ਵਿੱਚ ਉਛਾਲਦੇ ਰਹੇ ਅਤੇ ਬੋਚਦੇ ਰਹੇ, ਕਦੇ ਆਪਣੇ ਸੱਜੇ ਹੱਥ ਦੇ ਵਿੱਚ, ਕਦੇ ਆਪਣੇ ਖੱਬੇ ਹੱਥ ਦੇ ਵਿੱਚ। ਤਾਂ ਇਸ ਤਰ੍ਹਾਂ ਉਛਾਲਦੇ ਰਹੇ ਤਾਂ ਸੰਤ ਬਾਬਾ ਹਰਜਿੰਦਰ ਸਿੰਘ ਜੀ ਕਹਿਣ ਲੱਗੇ ਕਿ ਅਸੀਂ ਉਸ ਟਾਈਮ ਸੰਤ ਮਹਾਰਾਜ ਜੀਆਂ ਦੇ ਚਰਨਾਂ ਦੀ ਮੁੱਠੀ ਚਾਪੀ ਕਰ ਰਹੇ ਸਾਂ, ਸੇਵਾ ਕਰ ਰਹੇ ਸਾਂ। ਤਾਂ ਕਹਿਣ ਲੱਗੇ ਕਿ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਜੇ ਇਹ 5 ਪੈਸੇ ਸੰਤ ਜੀ ਮਹਾਰਾਜ ਮੈਨੂੰ ਦੇ ਦੇਣ ਤੇ ਮੈਂ ਸੰਤ ਜੀ ਮਹਾਰਾਜ ਜੀਆਂ ਦੀ ਨਿਸ਼ਾਨੀ ਸਾਂਭ ਕੇ ਰੱਖਾਂ। ਬੜੇ ਅਦਬ ਅਤੇ ਪਿਆਰ ਦੇ ਨਾਲ ਇਹ ਨਿਸ਼ਾਨੀ ਸੰਤ ਜੀ ਮਹਾਰਾਜ ਜੀਆਂ ਦੀ ਆਪਣੇ ਪਾਸ ਸਾਂਭ ਕੇ ਰੱਖਾਂ। ਤਾਂ ਉਸੇ ਟਾਈਮ, ਉਸੇ ਸਮੇਂ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀਆਂ ਨੇ ਉਹ 5 ਪੈਸੇ ਕਹਿਣ ਲੱਗੇ ਦੇ ਦਿੱਤੇ। ਕਹਿਣ ਲੱਗੇ ਕਿ ਆ ਲੈ ਭਾਈ, ਇਹਨਾਂ 5 ਪੈਸਿਆਂ ਨੂੰ ਸਾਂਭ ਕੇ ਰੱਖੀ, ਇਹ ਸਾਡੀ ਨਿਸ਼ਾਨੀ, ਇਹ ਤੂੰ ਆਪਣੇ ਪਾਸ ਸਾਂਭ ਕੇ ਰੱਖੀ। ਤੇ ਅੰਤਰਯਾਮਤਾ ਦੀ ਬਾਬਤ ਵਿਚਾਰ। ਇੱਕ ਸਮੇਂ ਕਿਸੇ ਗੁਰਮੁਖ ਪਿਆਰੇ ਨੇ ਆਪਣੇ ਘਰ ਦੇ ਵਿੱਚੋਂ ਹੀ ਸੰਤ ਮਹਾਰਾਜ, ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਹਾਰਾਜ, ਮੇਰੇ ਕਾਰਜ ਨੂੰ, ਕੰਮ ਨੂੰ ਰੁਕੇ ਹੋਏ ਬਹੁਤ ਟਾਈਮ ਹੋ ਗਿਆ ਹੈ, ਮੇਰੀ ਪ੍ਰਾਪਰਟੀ ਆਦਿ ਇਹ ਵਿਕ ਨਹੀਂ ਰਹੀ ਹੈ, ਕਿਰਪਾ ਕਰੋ, ਤੁਸੀਂ ਮਿਹਰ ਕਰੋ ਤੇ ਮੇਰਾ ਇਹ ਕਾਰਜ ਰਾਸ ਹੋ ਜਾਵੇ। ਜਦ ਸੰਤ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਆਪਣੇ ਘਰ ਦੇ ਵਿੱਚੋਂ ਹੀ ਗੁਰਮੁਖ ਨੇ ਬੇਨਤੀ ਕੀਤੀ, ਉਸੇ ਦਿਨ ਇਸ ਦਾ ਕਾਰਜ ਰਾਸ ਹੋ ਗਿਆ, ਇਸ ਦੀ ਪ੍ਰਾਪਰਟੀ ਆਦਿ ਵਿਕ ਗਈ ਹੈ, ਬੜਾ ਧਨ, ਬੜਾ ਪੈਸਾ ਕਮਾਇਆ ਗਿਆ। ਇਸ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਜਿੰਨੀ ਦਸਵੰਧ ਦੀ ਮਾਇਆ ਬਣੇਗੀ ਨਾ, ਉਹ ਸੰਤ ਜੀ ਮਹਾਰਾਜ ਮੈਂ ਆਪ ਜੀਆਂ ਦੇ ਚਰਨਾਂ ਦੇ ਵਿੱਚ ਭੇਟ ਕਰਾਂਗਾ। ਤਾਂ ਇਸ ਦਾ ਕਾਰਜ ਰਾਸ ਹੋਇਆ ਤੇ 2-4 ਦਿਨਾਂ ਤੋਂ ਬਾਅਦ ਇਸੇ ਅਸਥਾਨ 'ਤੇ ਰਾੜਾ ਸਾਹਿਬ ਪਹੁੰਚਿਆ। ਸੰਤ ਜੀ ਮਹਾਰਾਜ ਜੀਆਂ ਦੀ ਕੁਰਸੀ ਲੱਗੀ ਹੋਈ ਸੀ। ਬੜੀਆਂ ਸਿੱਖ ਸੰਗਤਾਂ ਚਰਨਾਂ ਦੇ ਵਿੱਚ ਸੁਭਾਏਮਾਨ ਸਨ। ਆਉਣ ਵਾਲੇ ਪ੍ਰੇਮੀ ਵੀ ਮੱਥਾ ਟੇਕ ਕੇ ਬੈਠੀ ਜਾ ਰਹੇ ਸਨ। ਤਾਂ ਉਸ ਟਾਈਮ ਇਸ ਗੁਰਮੁਖ ਨੇ ਸੰਤ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਣਾ ਕੀਤਾ। ਰਾੜਾ ਸਾਹਿਬ ਇਸ ਅਸਥਾਨ 'ਤੇ 4 ਦੀਵਾਰੀ ਦੇ ਅੰਦਰ ਵੜਨ ਤੋਂ ਪਹਿਲੇ ਹੀ ਇਸ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਪ੍ਰਾਪਰਟੀ ਭਾਵੇਂ ਵਿਕ ਚੁੱਕੀ ਹੈ, ਬਹੁਤ ਸਾਰਾ ਧਨ ਇਹ ਵੀ ਕਮਾਇਆ ਗਿਆ ਹੈ, ਇਸ ਦਾ ਦਸਵੰਧ ਵੀ ਬਹੁਤ ਸਾਰਾ ਬਣ ਗਿਆ ਸੀ। ਜੋ ਇਸ ਨੇ ਸਰਦੀ ਦੇ ਟਾਈਮ 'ਤੇ ਕੋਟ ਪਹਿਨਿਆ ਹੋਇਆ ਸੀ, ਉਸ ਕੋਟ ਦੀ ਜੇਬ ਦੇ ਵਿੱਚ ਪਾਏ ਹੋਏ ਸਨ ਉਹ ਪੈਸੇ। ਤਾਂ ਇਸ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਇੰਨੇ ਪੈਸੇ, ਇੰਨਾ ਧਨ ਤੇ ਬਹੁਤ ਜ਼ਿਆਦਾ ਹੈ, ਇਹਨਾਂ ਦੇ ਵਿੱਚੋਂ ਅੱਧੇ ਸੰਤ ਜੀ ਮਹਾਰਾਜ ਜੀਆਂ ਦੇ ਪਾਸ ਮੱਥਾ ਟੇਕ ਦਿੰਦੇ ਹਾਂ, ਭੇਟਾ ਕਰ ਦਿੰਦੇ ਹਾਂ, ਅੱਧੇ ਬਾਕੀ ਫਿਰ ਕਦੇ ਆਉਂਦੇ ਜਾਂਦੇ ਰਹਿੰਦੇ ਹਾਂ, ਇਉਂ ਮੱਥਾ ਟੇਕਦੇ ਰਹਿੰਦੇ ਹਾਂ। ਤਾਂ ਉਹਨਾਂ ਦੇ ਵਿੱਚੋਂ ਅੱਧੇ ਆਪਣੀ ਕੋਟ ਦੀ ਜੇਬ ਦੇ ਵਿੱਚੋਂ ਕੱਢ ਕੇ ਦੂਸਰੀ ਜੇਬ ਦੇ ਵਿੱਚ ਪਾ ਲਏ, ਅੱਧੇ ਇੱਕ ਜੇਬ ਦੇ ਵਿੱਚ ਪਾ ਲਏ, ਅੱਧੇ ਦੂਸਰੀ ਦੇ ਵਿੱਚ, ਕਿ ਇਹਨਾਂ ਨੂੰ ਮੱਥਾ ਟੇਕ ਦਿੱਤਾ ਜਾਵੇਗਾ, ਭੇਟਾ ਕੀਤਾ ਜਾਵੇਗਾ। ਜਦ ਸੰਤ ਜੀ ਮਹਾਰਾਜ ਜੀਆਂ ਦੇ ਪਾਸ ਆ ਕੇ ਨਿਮਰਤਾ ਦੇ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਉਹ ਦਸਵੰਧ ਦੇ ਪੈਸੇ ਵੀ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ। ਸੰਤ ਜੀ ਮਹਾਰਾਜ ਜੀਆਂ ਨੇ ਪੁੱਛਣਾ ਕੀਤਾ ਕਿ ਇਹ ਕਿਸ ਤਰ੍ਹਾਂ ਇਹ ਮਾਇਆ ਇੰਨੀ ਸਾਡੇ ਪਾਸ ਲੈ ਕੇ ਆਇਆ ਹੈ। ਉਹਨੇ ਬੇਨਤੀ ਕੀਤੀ, ਜੀ ਮੈਂ ਆਪ ਜੀਆਂ ਦੇ ਚਰਨਾਂ ਦੇ ਵਿੱਚ ਆਪਣੇ ਘਰ ਤੋਂ ਹੀ ਬੇਨਤੀ ਕੀਤੀ ਸੀ ਕਿ ਮੇਰਾ ਇਹ ਕਾਰਜ ਰਾਸ ਹੋ ਜਾਵੇ, ਜਿੰਨੀ ਦਸਵੰਧ ਦੀ ਮਾਇਆ ਹੋਵੇਗੀ ਮੈਂ ਆਪ ਜੀਆਂ ਦੇ ਚਰਨਾਂ ਦੇ ਵਿੱਚ ਭੇਟਾ ਕਰਾਂਗਾ। ਤਾਂ ਸੰਤ ਜੀ ਮਹਾਰਾਜ ਮੁਸਕਰਾਏ, ਹੱਸ ਪੈਂਦੇ ਹੈ ਅਤੇ ਇਸ ਨੂੰ ਕਹਿਣ ਲੱਗਦੀ ਹੈ ਕਿ ਇਹ ਦਸਵੰਧ ਦੀ ਮਾਇਆ ਦਸਵੰਧ ਹੈ। ਉਹ ਕਹਿਣ ਲੱਗਿਆ, ਜੀ ਹਾਂ।
ਤਾਂ ਮੁਸਕਰਾ ਕੇ ਹਸਮੁਖ ਤੇ ਸੰਤ ਜੀ ਮਹਾਰਾਜ ਜੀਆਂ ਦਾ ਸੁਭਾਅ ਹੈ ਹੀ ਸੀ। ਬਹੁਤੇ ਵਚਨ ਹਾਸ ਰਸ ਦੇ ਸੰਤ ਜੀ ਮਹਾਰਾਜ ਜੀਆਂ ਦੇ ਜੀਵਨ ਦੇ ਵਿੱਚ ਦੇਖੇ ਜਾਂਦੇ ਸਨ। ਕਈ ਵਾਰ ਹਾਸ ਰਸ ਦੇ ਵਿੱਚ ਹੀ ਦੁਖੀਆਂ ਦੇ ਵੱਡੇ ਵੱਡੇ ਦੁੱਖ ਦੂਰ ਕਰ ਦਿੰਦੇ ਸਨ। ਇੱਕ ਸਮੇਂ ਇਸੇ ਅਸਥਾਨ ਤੇ ਸੇਵਾ ਆਦਿ ਲੱਗੇ ਹੋਏ ਸਨ ਸੇਵਾਦਾਰ। ਇੱਕ ਮਿਸਤਰੀ ਜਿਸ ਨੂੰ ਗਲੇ ਦਾ ਕੈਂਸਰ ਸੀ, ਉਸ ਦੇ ਬਾਰੇ ਜਦ ਸੇਵਕਾਂ ਨੇ ਬੇਨਤੀ ਕੀਤੀ, ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਉਸ ਮਿਸਤਰੀ ਦੇ ਪਾਸ ਆਏ ਸਨ ਤੇ ਉਸ ਨੂੰ ਕਹਿਣ ਲੱਗੇ ਕਿ ਦਿਖਾ ਤੇ ਸਹੀ ਕਿਹੜਾ ਤੇਰਾ ਗਲੇ ਦਾ ਰੋਗ ਹੈ, ਗਲੇ ਦਾ ਦੁੱਖ ਹੈ। ਉਸਨੇ ਦੱਸਣਾ ਕੀਤਾ ਤਾਂ ਸੰਤ ਜੀ ਮਹਾਰਾਜ ਜੀਆਂ ਨੇ ਆਪਣੀ ਖੂੰਡੀ ਇਸ ਦੇ ਮੂੰਹ ਦੇ ਵੱਲ ਕੀਤੀ। ਇਸ ਨੂੰ ਕਹਿਣ ਲੱਗੇ, ਮੂੰਹ ਅੱਡ, ਤੇਰੇ ਗਲੇ ਦੇ ਵਿੱਚ ਖੂੰਡੀ ਫੇਰਦੇ ਹਾਂ, ਆਪਰੇਸ਼ਨ ਕਰਦੇ ਹਾਂ, ਤੈਨੂੰ ਠੀਕ ਕਰ ਦਿੰਦੇ ਹਾਂ। ਇਸ ਨੇ ਮੂੰਹ ਅੱਡਿਆ ਤੇ ਸਾਹਮਣੇ ਖੂੰਡੀ ਸਿੱਧੀ ਕਰਕੇ ਸੰਤ ਜੀ ਮਹਾਰਾਜ ਜੀਆਂ ਨੇ ਘੁਮਾ ਦਿੱਤੀ ਤੇ ਕਹਿਣ ਲੱਗੇ, ਇੱਥੇ ਤੇ ਕੋਈ ਰੋਗ ਨਹੀਂ ਆ, ਕੋਈ ਦੁੱਖ ਨਹੀਂ ਹੈ। ਬਸ ਇੰਨਾ ਵਚਨ ਹੋਣ ਦੀ ਢੇਰ ਸੀ ਕਿ ਇਸ ਦੇ ਗਲੇ ਦਾ ਕੈਂਸਰ ਕਿਧਰੇ ਦੀ ਕਿਧਰੇ ਗਿਆ। ਉਸੇ ਸਮੇਂ ਤੋਂ ਇਹ ਰਾਜੀ ਹੋਇਆ, ਸਾਰਾ ਇਸ ਦਾ ਦੁੱਖ ਦੂਰ ਕਰ ਦਿੱਤਾ। ਹਾਸ ਰਸ ਦੇ ਵਿੱਚ ਹੀ ਐਸੇ ਬਚਨ ਕੀਤੇ, ਪਰ ਉਸ ਦੀ ਸਾਰੀ ਜ਼ਿੰਦਗੀ ਬਣ ਗਈ, ਸਾਰੀ ਜ਼ਿੰਦਗੀ ਦਾ ਰੋਗ ਕੱਟ ਦਿੱਤਾ ਗਿਆ। ਤਾਂ ਇਹ ਜੋ ਦਸਵੰਧ ਦੀ ਮਾਇਆ ਲੈ ਕੇ ਆਇਆ ਹੋਇਆ ਸੀ, ਇਸ ਨੂੰ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਇਹ ਦਸਵੰਧ ਦੀ ਮਾਇਆ। ਕਹਿਣ ਲੱਗਿਆ ਜੀ ਹਾਂ। ਤਾਂ ਹੱਸ ਕੇ ਮੁਸਕਰਾ ਕੇ ਸੰਤ ਮਹਾਰਾਜ ਕਹਿਣ ਲੱਗੇ ਕਿ ਤੇਰੀ ਦੂਸਰੀ ਜੇਬ ਵੀ ਮੈਨੂੰ ਭਾਰੀ ਲੱਗਦੀ ਹੈ। ਤਾਂ ਸੰਤ ਮਹਾਰਾਜ ਕਹਿਣ ਲੱਗੇ, ਤੇਰੇ ਕੋਟ ਦੀ ਦੂਸਰੀ ਜੇਬ ਇਹ ਵੀ ਭਾਰੀ ਲੱਗਦੀ ਹੈ। ਕਹਿਣ ਲੱਗੇ, ਮੈਨੂੰ ਲੱਗਦਾ ਇਹਦੇ ਵਿੱਚ ਵੀ ਦਸਵੰਧ ਹੀ ਪਾਇਆ ਹੋਇਆ ਹੈ। ਤਾਂ ਉਸੇ ਟਾਈਮ ਹੈਰਾਨ ਹੋ ਜਾਂਦਾ ਹੈ ਕਿ ਸੰਤ ਜੀ ਮਹਾਰਾਜ ਤੇ ਸਭ ਕੁਝ ਜਾਣੀ ਜਾਣ ਹਨ। ਤਾਂ ਉਹ ਮਾਇਆ ਜੋ ਭਾਵੇਂ ਹੈ ਦਸਵੰਧ ਵਾਲੇ ਹੀ ਸੀ, ਇਸ ਨੇ ਕੱਢ ਕੇ ਅਲੱਗ ਪਾ ਲਏ ਸਨ। ਉਹ ਵੀ ਕੱਢ ਕੇ ਅੱਗੇ ਰੱਖ ਦਿੰਦਾ ਹੈ, ਮਹਾਰਾਜ ਮੇਰੇ ਤੋਂ ਭੁੱਲ ਹੋ ਗਈ। ਮੈਂ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਜਿੰਨਾ ਦਸਵੰਧ ਬਣੇਗਾ, ਮੇਰਾ ਕਾਰਜ ਰਾਸ ਹੋਇਆ ਤੇ ਮੈਂ ਮੱਥਾ ਟੇਕਾਂਗਾ, ਭੇਟਾ ਕਰਾਂਗਾ। ਸੰਤ ਮਹਾਰਾਜ ਜੀਆਂ ਨੇ ਦੱਸ ਦਿੱਤਾ ਕਿ ਇਸ ਜੇਬ ਦੇ ਵਿੱਚ ਵੀ ਮੈਨੂੰ ਦਸਵੰਧ ਹੀ ਲੱਗਦਾ ਹੈ। ਉਹ ਵੀ ਕੱਢ ਕੇ ਅੱਗੇ ਰੱਖ ਦਿੱਤਾ, ਮਾਫੀ ਮੰਗੀ ਤੇ ਫਿਰ ਜਾਣਿਆ ਕਿ ਜਿਨ੍ਹਾਂ ਮਹਾਂਪੁਰਖਾਂ ਨੇ ਘਰ ਦੇ ਵਿੱਚੋਂ ਹੀ ਮੇਰੀ ਬੇਨਤੀ ਸੁਣ ਲਈ ਤੇ ਉਹ ਤੇ ਦਿਲਾਂ ਦੀਆਂ ਜਾਣਨ ਵਾਲੇ ਹਨ, ਅੰਤਰਜਾਮੀ ਮਹਾਂਪੁਰਖ ਹਨ। ਸੰਤ ਮਹਾਰਾਜ ਜੀ ਕਹਿਣ ਲੱਗੇ ਕਿ ਦੇਖੋ, ਪੈਸੇ ਦੀ ਤੇ ਕੋਈ ਗੱਲ ਨਹੀਂ ਹੈ, ਪੈਸਾ ਤੇ ਭਾਵੇਂ ਇਹ ਵੀ ਲੈ ਜਾ, ਪਰ ਤੇਰੇ ਮਨ ਦਾ ਜੋ ਸ਼ੰਕਾ ਸੀ ਨਾ, ਇਹ ਵੀ ਦੂਰ ਕਰਨਾ ਸੀ ਤੇ ਤੇਰੀ ਜੋ ਭੁੱਲ ਸੀ, ਗਲਤੀ ਸੀ, ਇਸ ਦੇ ਬਾਰੇ ਵੀ ਤੈਨੂੰ ਜਾਣੂ ਕਰਾਉਣਾ ਸੀ। ਇਸ ਕਰਕੇ ਤੈਨੂੰ ਇਹ ਅਸੀਂ ਦੱਸ ਦਿੱਤਾ ਹੈ, ਹੋਰ ਕੋਈ ਗੱਲ ਨਹੀਂ ਹੈ। ਤਾਂ ਅਮਾਨਤ ਦੇ ਵਿੱਚ ਖਿਆਨਤ ਨਹੀਂ ਕਰਨੀ ਚਾਹੀਦੀ। ਤਾਂ ਅੰਤਰਜਾਮਤਾ ਦੇ ਬਹੁਤ ਸਾਰੇ ਬਚਨ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਔਰ ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ, ਵੱਡੇ ਸੰਤ ਜੀ ਮਹਾਰਾਜ ਜੀਆਂ ਦੇ ਵੀ ਦੇਖੇ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੇ ਵਿੱਚ ਜਦ ਦੇਖਦੇ ਹਨ ਕਿ ਇੱਕ ਕਰਮ ਕਾਂਡੀ ਇਹ ਪੰਡਤ ਇਹ ਦਿਜ ਪਹੁੰਚਿਆ ਹੋਇਆ ਹੈ ਤੇ ਇਸ ਦੇ ਮਨ ਦਾ ਖਿਆਲ ਸਤਿਗੁਰੂ ਜਾਣ ਲੈਂਦੇ ਹਨ। ਵਿਖੇ ਉਸੇ ਸੋ ਅਧੀਨੋ। ਤਾਂ ਉਸ ਟਾਈਮ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਇਸ ਕਰਮ ਕਾਂਡੀ ਪੰਡਤ ਦੇ ਮਨ ਦੀ ਹਾਲਤ ਦੇਖੀ, ਤਨ ਦੀ ਹਾਲਤ ਦੇਖੀ ਕਿ ਇਹ ਬੜੇ ਭੁੱਖ ਦੇ ਨਾਲ ਵਿਆਕੁਲ ਹੈ। ਤੇਜਨ ਦੇਗ ਰਸੋਈ ਤਿਆਰੀ। ਉਸ ਸਮੇਂ ਗੁਰੂ ਕੇ ਲੰਗਰ ਦੇ ਵਿੱਚ ਤਾਜ਼ਾ ਹੀ ਭੋਜਨ ਤਿਆਰ ਸੀ। ਜਿਜ ਸੋ ਸ੍ਰੀ ਗੁਰ ਗਿਰਾ ਉਚਾਰੀ। ਤਾਂ ਉਸ ਪੰਡਿਤ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ, ਛੋਦਾ ਹੈ ਜੋ ਉਦਰ ਮਝਾਰਾ। ਸਤਿਗੁਰੂ ਬਚਨ ਕਰਦੇ ਹਨ, ਪੰਡਿਤ ਜੀ ਜੇਕਰ ਤੈਨੂੰ ਭੁੱਖ ਲੱਗੀ ਹੋਈ ਹੈ, ਅਚੋ ਆਹਾਰ ਬਨਿਓ ਅਵਤਿਆਰਾ। ਸਤਿਗੁਰੂ ਬਚਨ ਕਰਦੇ ਹਨ, ਪੰਡਿਤ ਜੀ ਜੇਕਰ ਤੈਨੂੰ ਭੁੱਖ ਲੱਗੀ ਹੋਈ ਹੈ ਨਾ, ਤੇ ਸਾਡੇ ਪਾਸ ਲੰਗਰ ਦੇ ਵਿੱਚ ਭੋਜਨ ਪਾਣੀ ਆਦ ਬਿਲਕੁਲ ਤਿਆਰ ਹੈ। ਤੂੰ ਗੁਰੂ ਕੇ ਲੰਗਰ ਦੇ ਵਿੱਚ ਪਹੁੰਚ ਕੇ ਭੋਜਨ ਪਾਣੀ ਛਕ, ਆਪਣੇ ਤਨ ਦੀ ਆਪਣੇ ਸਰੀਰ ਦੀ
ਭੁੱਖ ਨੂੰ ਦੂਰ ਕਰਨਾ ਕਰ। ਦਿਜ ਬੋਲਿਓ ਹੋ ਖਾਤ ਨਾ ਐਸੈ। ਉਹ ਪੰਡਿਤ ਨੇ ਬੇਨਤੀ ਕੀਤੀ, ਮਹਾਰਾਜ ਜੀ ਮੈਂ ਇਸ ਤਰ੍ਹਾਂ ਭੋਜਨ ਬਣਾਇਆ ਨਹੀਂ ਸਕਦਾ। ਬਿਨ ਸੰਜਮ ਪਾ ਭੋਜਨ ਜੈਸੈ। ਜਿਸ ਤਰ੍ਹਾਂ ਬਿਨਾਂ ਹੀ ਸੰਜਮ ਤੋਂ, ਸੁੱਚ ਮਰਿਆਦਾ ਤੋਂ ਬਿਨਾਂ ਭੋਜਨ ਤਿਆਰ ਕੀਤਾ ਜਾਵੇ, ਤੇ ਮੈਂ ਆਪਣੇ ਜੀਵਨ ਦੇ ਵਿੱਚ ਇਹ ਪਰਨ ਧਾਰਨ ਕੀਤਾ ਹੋਇਆ ਹੈ ਕਿ ਬਿਨਾਂ ਸੰਜਮ ਤੋਂ, ਸੁੱਚ ਮਰਿਆਦਾ ਤੋਂ ਮੈਂ ਕਿਤੇ ਵੀ ਭੋਜਨ ਨਹੀਂ ਛਕਦਾ। ਕਰਮ ਕਾਂਡ ਕੇ ਮੈਂ ਅਨਸਾਰਾ। ਆਪਣੀ ਵਾਰਤਾ ਦੱਸੀ ਕਿ ਮੈਂ ਕਰਮ ਕਾਂਡ ਦੇ ਅਨੁਸਾਰ ਚੱਲਦਾ ਹਾਂ, ਅਰੇ ਆਪਣੇ ਜੀਵਨ ਦੇ ਵਿੱਚ ਇਹ ਪਰਨ ਕੀਤਾ ਹੋਇਆ ਹੈ ਕਿ ਸੁੱਚ ਸੰਜਮਤਾ, ਇਸ ਤੋਂ ਬਿਨਾ ਮੈਂ ਭੋਜਨ ਕਿਤੇ ਵੀ ਨਹੀਂ ਛਕ ਸਕਦਾ। ਅਤ ਸੁਚ ਸੋ ਨਿਤ ਕਰੋ ਆਹਾਰਾ। ਬੜੀ ਸੁਚਮਤਾ ਦੇ ਨਾਲ ਜਦ ਮੈਂ ਭੋਜਨ ਤਿਆਰ ਕਰਦਾ ਹਾਂ ਤਾਂ ਫਿਰ ਛਕਣਾ ਕਰਦਾ ਹਾਂ। ਤਰਨੀ ਕੋ ਖੁਨ ਕੇ ਇਕ ਹਾਥਾ। ਤਾਂ ਮੇਰੀ ਤੇ ਰਹੁ ਰੀਤੀ ਮਰਿਆਦਾ ਇਹ ਹੈ, ਕਹਿਣ ਲੱਗਿਆ ਕਿ ਜਿਸ ਅਸਥਾਨ ਤੇ ਮੈਂ ਭੋਜਨ ਤਿਆਰ ਕਰਨਾ ਹੁੰਦਾ ਹੈ ਨਾ, ਪਹਿਲਾਂ ਉਸ ਜਗ੍ਹਾ ਨੂੰ ਸੁੱਚੀ ਕਰਦਾ ਹਾਂ, ਪਵਿੱਤਰ ਕਰਦਾ ਹਾਂ। ਇੱਕ ਹੱਥ ਭਰ ਉਸ ਧਰਤੀ ਨੂੰ, ਜਗ੍ਹਾ ਨੂੰ ਪੱਟ ਕੇ ਫਿਰ ਉੱਥੇ ਗੋਬਰ ਦਾ ਲੇਪਨ ਕਰਦਾ ਹਾਂ। ਚੌਂਕਾ ਦੇਵੋ ਗੋਬਰ ਸਾਥਾ। ਫਿਰ ਉੱਥੇ ਗੋਬਰ ਦੇ ਨਾਲ, ਗਊ ਦੇ ਗੋਬਰ ਦੇ ਨਾਲ ਚੌਂਕਾ ਦੇ ਕੇ ਹੱਥ ਭਰ ਪਹਿਲਾਂ ਜ਼ਮੀਨ ਧਰਤੀ ਨੂੰ ਪੱਟ ਕੇ ਫਿਰ ਉੱਥੇ ਗਊ ਦੇ ਗੋਬਰ ਨਾਲ ਚੌਂਕਾ ਦੇ ਕੇ ਉਸ ਸਥਾਨ ਨੂੰ ਸ਼ੁੱਧ ਕਰਦਾ ਹਾਂ। ਆਨੋ ਆਪਣੇ ਕਰਸੋਂ ਬਾਰੀ। ਆਪਣੇ ਹੱਥ ਦੇ ਨਾਲ ਫਿਰ ਜਲ ਲੈ ਕੇ ਆਉਂਦਾ ਹਾਂ। ਸਭ ਸਮਧਾ ਸੋ ਲਿਓ ਪਖਾਰੀ। ਤੇ ਭੋਜਨ ਦੇ ਵਾਸਤੇ ਜਿਹੜੇ ਬਾਲਣ ਦੀ, ਲੱਕੜਾਂ ਆਦਿ ਦੀ ਲੋੜ ਪੈਂਦੀ ਹੈ, ਉਹ ਵੀ ਪਹਿਲਾਂ ਮੈਂ ਜਲ ਦੇ ਨਾਲ, ਪਾਣੀ ਦੇ ਨਾਲ ਧੋ ਕੇ ਸੁੱਚੀਆਂ ਕਰ ਲੈਂਦਾ ਹਾਂ। ਸਰਬ ਅੰਨ ਚੁਨ ਕਰੋ ਸਵਾਰੀ। ਫਿਰ ਜਿੰਨਾ ਅੰਨ ਪਾਣੀ ਹੁੰਦਾ ਹੈ, ਇਸ ਨੂੰ ਆਪਣੇ ਹੱਥੀਂ ਸਵਾਰਦਾ ਹਾਂ, ਇਸ ਨੂੰ ਆਪਣੇ ਹੱਥੀਂ ਸਵਾਰ ਕੇ ਸੁੱਧ ਕਰ ਦਿੰਦਾ ਹਾਂ। ਨਿਜ ਕਰ ਸੰਗ ਆਹਾਰ ਤਿਆਰੀ। ਫਿਰ ਆਪਣੇ ਹੱਥੀਂ ਬੜੀ ਸੁੱਚ ਪਵਿੱਤਰਤਾ ਦੇ ਨਾਲ ਭੋਜਨ ਤਿਆਰ ਕਰਦਾ ਹਾਂ, ਉਹ ਭੋਜਨ ਮੈਂ ਛਕਿਆ ਕਰਦਾ ਹਾਂ। ਉਚਿਤ ਅਚਨਕ ਹੋਵੇ ਤਬ ਹੀ। ਤਾਂ ਉਹ ਭੋਜਨ ਤਿਆਰ ਕੀਤਾ ਹੋਇਆ ਮੇਰੇ ਅਚਨ ਦੇ ਲਾਇਕ ਹੁੰਦਾ ਹੈ, ਯੋਗ ਹੁੰਦਾ ਹੈ। ਕਰੀ ਜੇ ਵਿਦ ਬਨ ਆਵਹਿ ਸਭ ਹੀ। ਜੇ ਇਸ ਤਰ੍ਹਾਂ ਦੇ ਨਾਲ, ਇਸ ਵਿਧੀ ਦੇ ਨਾਲ ਭੋਜਨ ਤਿਆਰ ਕੀਤਾ ਹੋਵੇ ਤਾਂ ਮੈਂ ਭੋਜਨ ਛਕਦਾ ਹਾਂ, ਵਰਨਾ ਮੈਨੂੰ ਭਾਵੇਂ ਭੁੱਖਾ ਰਹਿਣਾ ਪੈ ਜਾਵੇ, ਮੈਂ ਕਿਤੇ ਵੀ ਭੋਜਨ ਨਹੀਂ ਛਕਦਾ। ਤੁਮਰੀ ਕਰੀ ਨਾ ਹਮਰੇ ਕਾਜੂ। ਅਰ ਸਤਿਗੁਰਾਂ ਦੇ ਪਾਸ ਇਹ ਵੀ ਬੇਨਤੀ ਕੀਤੀ ਕਿ ਆਪ ਜੀਆਂ ਦਾ ਭੋਜਨ ਤਿਆਰ ਕੀਤਾ ਹੋਇਆ ਮੇਰੇ ਕਿਸੇ ਵੀ ਕੰਮ ਨਹੀਂ ਹੈ। ਸੁਨ ਕਰ ਭਨਿਓ ਗਰੀਬ ਨਿਵਾਜੂ। ਗਰੀਬਾਂ ਨੂੰ ਨਿਵਾਜਣ ਵਾਲੇ ਦਾਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਕਰਮ ਕਾਂਡੀ ਪੰਡਤ ਤੋਂ ਇਸ ਤਰ੍ਹਾਂ ਦੇ ਵਚਨ ਸੁਣਦੇ ਹਨ ਤਾਂ ਸਤਿਗੁਰੂ ਮਹਾਰਾਜ ਵਚਨ ਕਰਦੇ ਹਨ। ਸ਼ੁਸ਼ਕ ਅਨ ਅਬਹਿ ਦਿਜ ਲੀਜੈ। ਬੜੀ ਨਿਮਰਤਾ, ਬੜੇ ਪਿਆਰ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੰਡਿਤ ਨੂੰ ਕਹਿਣ ਲੱਗੇ, ਪੰਡਿਤ ਜੀ ਦੇਖੋ, ਜੇਕਰ ਤੁਸੀਂ ਇਸ ਚਾਲੀ, ਇਸ ਮਰਿਆਦਾ ਦੇ ਅਨੁਸਾਰ ਚੱਲਦੇ ਹੋ ਤੇ ਤੁਸੀਂ ਫਿਰ ਇਉਂ ਕਰ ਲਓ ਕਿ ਸਾਡੇ ਇਸ ਲੰਗਰ ਦੇ ਵਿੱਚੋਂ ਫਿਰ ਤੁਸੀਂ ਸੁੱਕਾ ਸਿੱਧਾ ਲੈ ਲਵੋ ਅਤੇ ਆਪਣੇ ਹੱਥੀਂ ਆਪਣਾ ਭੋਜਨ ਤਿਆਰ ਕਰਕੇ ਛਕ ਲਵੋ। ਨਿਜ ਕਰ ਸੋ ਕਰ ਅਚਵਨ ਕੀਜੈ। ਆਪਣੇ ਹੱਥ ਦੇ ਨਾਲ, ਆਪਣੀ ਮਰਿਆਦਾ ਦੇ ਨਾਲ ਭੋਜਨ ਤਿਆਰ ਕਰੋ ਤੇ ਛਕ ਕੇ ਆਪਣੀ ਭੁੱਖ ਦੂਰ ਕਰ ਲਵੋ। ਲੀਨੋ ਸਿਧਾ ਤਵ ਦਿਜ ਵਰਸੋ। ਤਾਂ ਉਸ ਪੰਡਿਤ ਨੇ ਸਤਿਗੁਰੂ ਮਹਾਰਾਜ ਜੀਆਂ ਦੇ ਲੰਗਰ ਦੇ ਵਿੱਚੋਂ, ਲਾਂਗਰੀ ਸਿੰਘਾਂ ਦੇ ਪਾਸੋਂ, ਸਿੱਖਾਂ ਦੇ ਪਾਸੋਂ ਇਸ ਤਰ੍ਹਾਂ ਸੁੱਕਾ ਸਿੱਧਾ ਭੋਜਨ ਆਦਿ ਲੈ ਲਿਆ। ਖੋਦਨ ਲਗਾ ਤਰਨ ਨਿਜ ਕਰ ਸੋ। ਜੋ ਇਸਨੇ ਕਰਮ ਕਾਂਡ ਦੇ ਅਨੁਸਾਰ ਹੀ ਆਪਣਾ ਭੋਜਨ ਆਦਿ ਤਿਆਰ ਕਰਨਾ ਸੀ ਨਾ, ਉਹ ਤਿਆਰ ਕਰਨ ਦੇ ਵਾਸਤੇ ਇਹ ਪਹਿਲੇ ਧਰਤੀ ਨੂੰ ਪੱਟਦਾ ਸੀ ਇੱਕ ਹੱਥ ਭਰ, ਫਿਰ ਗੋਬਰ ਦਾ ਲੇਪਨ ਕਰਦਾ, ਚੌਂਕਾ ਪੂਰਦਾ। ਜਦ ਇਸਨੇ ਪਹਿਲੇ ਧਰਤੀ ਨੂੰ ਪੱਟ ਕੇ ਉਹ ਜਗ੍ਹਾ ਨੂੰ ਪਵਿੱਤਰ ਕਰਨਾ ਕੀਤਾ, ਨਿਕਸੇ ਅਸਤ ਛੋਰ ਤਿਜ ਥਾਈ। ਜਿੱਥੋਂ ਇਸਨੇ ਧਰਤੀ ਪੱਟੀ, ਜਗ੍ਹਾ ਨੂੰ ਪੱਟ ਕੇ ਦੇਖਿਆ ਤੇ ਉਸੇ ਅਸਥਾਨ ਤੋਂ ਹੱਡੀਆਂ ਦੱਬੀਆਂ ਹੋਈਆਂ ਨਿਕਲ ਆਈਆਂ। ਜਦ ਅਸਥੀਆਂ ਨਿਕਲੀਆਂ ਤੇ ਇਹ ਦੇਖ ਕੇ ਬੜਾ ਹੈਰਾਨ ਹੋ ਗਿਆ। ਖੋਦਨ ਲਗਿਓ ਅਪਰ ਥਲ ਜਾਈ। ਇਹਨੇ ਦੇਖਿਆ ਕਿ ਇਹ ਤੇ ਜਗ੍ਹਾ ਅਪਵਿੱਤਰ ਹੈ,
ਇਹ ਤੇ ਸ਼ੁੱਧ ਨਹੀਂ ਹੋ ਸਕਦੀ। ਇੱਥੇ ਤੇ ਹੱਡੀਆਂ ਆਦਿ ਅਸਥੀਆਂ ਆਦਿ ਦੱਬੀਆਂ ਪਈਆਂ ਹਨ। ਇਹ ਜਗ੍ਹਾ ਨੂੰ ਛੱਡ ਕੇ ਇੱਕ ਪਾਸੇ ਜਾ ਕੇ ਹੋਰ ਜਗ੍ਹਾ ਤੋਂ ਪਟ ਕੇ ਇੱਥੇ ਆਪਣਾ ਭੋਜਨ ਤਿਆਰ ਕਰਨ ਦੀ ਤਿਆਰੀ ਕਰਦਾ ਹੈ। ਨਿਕਸੇ ਅਸਤ ਜੋ ਜਾਨ ਅਮਾਵਨ। ਤਾਂ ਜਦ ਦੂਸਰੇ ਅਸਥਾਨ ਤੇ ਇਸ ਤਰ੍ਹਾਂ ਜਗ੍ਹਾ ਨੂੰ ਪੱਟਿਆ ਗਿਆ, ਧਰਤੀ ਨੂੰ ਪੱਟਿਆ ਗਿਆ, ਉੱਥੇ ਵੀ ਅਸਥੀਆਂ ਨਿਕਲੀਆਂ, ਉੱਥੇ ਵੀ ਹੱਡੀਆਂ ਨਿਕਲ ਪੈਂਦੀਆਂ ਹਨ। ਤਹਿ ਤਜ ਗਇਓ ਔਰ ਹੀ ਥਾਵਨ। ਇਸ ਸਥਾਨ ਤੇ ਮਿੱਟੀ ਦੇ ਨਾਲ ਪੋਰ ਦਿੱਤਾ ਗਿਆ ਤਾਂ ਤੀਜੀ ਜਗ੍ਹਾ ਤੋਂ ਜਾ ਕੇ ਪੱਟ ਕੇ ਦੇਖਦਾ ਹੈ। ਜਹਾਂ ਖੁਨ ਹੈ ਤੇ ਅਸਥੀ ਨਿਕਸ਼ੈ। ਆਖਰਕਾਰ ਕੀ ਹੋਇਆ ਕਿ ਜਿਸ ਜਿਸ ਜਗ੍ਹਾ ਤੋਂ ਵੀ ਇਸਨੇ ਧਰਤੀ ਨੂੰ ਪੁੱਟਣਾ ਕੀਤਾ, ਉੱਥੋਂ ਹੀ ਅਸਥੀਆਂ ਹੱਡੀਆਂ ਥੱਲੇ ਦੱਬੀਆਂ ਹੋਈਆਂ ਜਾਣੇ ਧਰਤੀ ਦੇ ਵਿੱਚੋਂ ਨਿਕਲ ਪੈਂਦੀਆਂ ਹਨ। ਹੇਰ ਹੇਰ ਨਰ ਤੇ ਕੋ ਬਿਕਸੈ। ਜੋ ਗੁਰੂ ਕੇ ਸਿੱਖ ਇਸ ਸੋਹਣੇ ਅਸਥਾਨ ਤੇ ਸਤਿਗੁਰਾਂ ਦੇ ਪਾਸ ਰਹਿ ਰਹੇ ਸਨ, ਉਹ ਵੀ ਸਾਰੇ ਇਸ ਪੰਡਤ ਦੀ ਕਿਰਿਆ ਨੂੰ ਦੇਖ ਰਹੇ ਸਨ ਕਿ ਕੀ ਕੁਛ ਕਰ ਰਿਹਾ ਹੈ। ਤਾਂ ਉਹਨਾਂ ਸਭ ਗੁਰਸਿੱਖਾਂ ਨੇ ਵੀ ਦੇਖਣਾ ਕੀਤਾ। ਇਹ ਜਿੱਥੋਂ ਵੀ ਪਟਦਾ ਹੈ ਉੱਥੋਂ ਹੀ ਅਸਥੀਆਂ, ਉੱਥੋਂ ਹੀ ਹੱਡੀਆਂ ਨਿਕਲ ਆਉਂਦੀਆਂ ਹਨ। ਦੇਖਦਾ ਹੈ ਕਿ ਇਹ ਤੇ ਜਗ੍ਹਾ ਬੜੀ ਅਪਵਿੱਤਰ ਹੈ ਤੇ ਸ਼ੁੱਧ ਨਹੀਂ ਹੋਵੇਗੀ। ਤਾਂ ਉਹ ਗੁਰਸਿੱਖ ਇਸ ਤਰ੍ਹਾਂ ਦੀ ਰੀਤੀ ਨੂੰ ਦੇਖ ਕੇ ਮੁਸਕਰਾਉਂਦੇ ਹਨ, ਹੱਸਦੇ ਹਨ। ਸਰਵ ਦਿਵਸੋ ਖੋਦਤ ਰਹਿਓ। ਆਖਰਕਾਰ ਕੀ ਹੋਇਆ ਕਿ ਸਾਰਾ ਦਿਨ ਇਸੇ ਕੰਮ ਦੇ ਵਿੱਚ ਲੱਗਿਆ ਰਿਹਾ। ਇੱਕ ਜਗ੍ਹਾ ਤੋਂ ਧਰਤੀ ਪੁੱਟ ਕੇ ਦੇਖਦਾ, ਹੁਣ ਇਸ ਨੂੰ ਪੇਟ ਦੇ ਵਿੱਚ ਭੁੱਖ ਵੀ ਬੜੀ ਡਾਢੀ ਬੜੀ ਤੇਜ਼ ਲੱਗੀ ਹੋਈ ਸੀ। ਭੁੱਖ ਬੜੀ ਲੱਗੀ ਹੋਈ ਸੀ ਤੇ ਆਪਣੀ ਭੁੱਖ ਦੂਰ ਕਰਨ ਦੇ ਵਾਸਤੇ ਜੋ ਇਸਨੇ ਪਰਨ ਧਾਰਨ ਕੀਤਾ ਹੋਇਆ ਸੀ, ਸੁੱਚ ਸੰਜਮਤਾ ਦੇ ਨਾਲ ਭੋਜਨ ਤਿਆਰ ਕਰਨਾ, ਉਹ ਤਿਆਰ ਕਰਨ ਦੇ ਵਾਸਤੇ ਜਿੱਥੇ ਵੀ ਜਗ੍ਹਾ ਦੇਖਦਾ ਉੱਥੇ ਹੀ ਅਸਥੀਆਂ ਨਿਕਲ ਪੈਂਦੀਆਂ ਹਨ। ਤੇ ਬੜਾ ਹੈਰਾਨ ਵੀ ਹੁੰਦਾ, ਬੜਾ ਦੁਖੀ ਵੀ ਹੁੰਦਾ ਹੈ। ਏਕ ਛੁਦਾ ਦੂਜੋ ਸ਼ਰਮ ਲਹਿਓ। ਇੱਕ ਤੇ ਪਹਿਲੇ ਹੀ ਇਸ ਨੂੰ ਬੜੀ ਭੁੱਖ ਲੱਗੀ ਹੋਈ ਸੀ, ਦੂਸਰਾ ਸ਼ਰਮ ਜਾਣੇ ਇਸ ਨੂੰ ਬੜੀ ਥਕਾਵਟ ਹੋ ਗਈ। ਇਸ ਤਰ੍ਹਾਂ ਕਦੇ ਕਿਸੇ ਜਗ੍ਹਾ ਤੋਂ ਪੱਟ ਕੇ ਦੇਖਣਾ, ਕਦੇ ਕਿਸੇ ਜਗ੍ਹਾ ਤੋਂ, ਬੜੀ ਮਿਹਨਤ ਹੋ ਗਈ, ਬੜਾ ਪਰਿਸ਼ਰਮ ਹੋਇਆ ਇਸ ਦਾ। ਤਾਂ ਇਸ ਤਰ੍ਹਾਂ ਕਰਦੇ ਕਰਦੇ ਹੋਰ ਵੀ ਬੜਾ ਦੁਖੀ, ਬੜਾ ਤੰਗ ਹੋ ਜਾਂਦਾ ਹੈ। ਭਇਓ ਬਿਕੁਲ ਆਇਓ ਪ੍ਰਭੂ ਪਾਸਾ। ਬੜਾ ਵਿਆਕੁਲ ਹੋ ਜਾਂਦਾ, ਬੜਾ ਅਤਿਅੰਤ ਦੁਖੀ ਹੋ ਜਾਂਦਾ ਹੈ। ਜਦ ਇਸ ਤਰ੍ਹਾਂ ਅਤਿਅੰਤ ਦੁਖੀ ਹੋਇਆ, ਫਿਰ ਉਹ ਸਭ ਕੁਝ ਛੱਡ ਛੁਡਾ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਸ ਪਹੁੰਚ ਜਾਂਦਾ ਹੈ। ਬੰਦ ਹਾਥ ਕੀਨੀ ਅਰਦਾਸਾ। ਸਤਿਗੁਰਾਂ ਦੇ ਪਾਸ ਹੱਥ ਜੋੜ ਕੇ ਬੇਨਤੀ ਕੀਤੀ, ਜਹਾਂ ਆਹਾਰ ਤੁਮਾਰੋ ਹੋਏ। ਕਿ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ, ਮੈਂ ਆਪ ਜੀਆਂ ਦਾ ਬਚਨ ਨਹੀਂ ਮੰਨਿਆ, ਆਪ ਜੀਆਂ ਦਾ ਮੈਂ ਬਚਨ ਨਹੀਂ ਮੰਨਿਆ, ਮੇਰੇ ਤੋਂ ਭੁੱਲ ਹੋ ਗਈ। ਤੇ ਹੁਣ ਮੈਂ ਬੜਾ ਭੁੱਖ ਦੇ ਨਾਲ ਵੀ ਦੁਖੀ ਸੀ। ਹੁਣ ਜਗ੍ਹਾ ਜਗ੍ਹਾ ਤੋਂ ਧਰਤੀ ਪੁੱਟ ਕੇ ਬੜਾ ਥਕਾਵਟ ਦੇ ਸਮੇਤ ਵੀ ਹੋ ਗਿਆ ਹਾਂ, ਬੜਾ ਵਿਆਕੁਲ ਹੋ ਗਿਆ ਹਾਂ। ਹੁਣ ਮੇਰੀ ਭੁੱਲ ਦੀ ਮੈਨੂੰ ਮਾਫੀ ਦਿਓ। ਜਿੱਥੇ ਤੁਸੀਂ ਭੋਜਨ ਤਿਆਰ ਕੀਤਾ ਹੈ ਨਾ, ਜਿੱਥੇ ਸਭ ਸਿੱਖ ਸੰਗਤਾਂ ਲੰਗਰ ਛਕਦੇ ਹਨ, ਕਿਰਪਾ ਕਰੋ ਮੈਂ ਵੀ ਉੱਥੋਂ ਹੀ ਭੋਜਨ ਛਕਣਾ ਚਾਹੁੰਦਾ ਹਾਂ। ਦੀਜੇ ਮੋਏ ਖਾਏ ਹੋ ਸੋਏ। ਮਹਾਰਾਜ ਆਪਣੇ ਲੰਗਰ ਦਾ ਭੋਜਨ ਹੀ ਦਿਓ, ਮੈਂ ਇੱਥੋਂ ਭੋਜਨ ਛਕ ਕੇ ਆਪਣੀ ਭੁੱਖ ਦੂਰ ਕਰ ਲੈਂਦਾ ਹਾਂ। ਰਾਵਰ ਮਹਾਪੁਰਖ ਗੁਣ ਖਾਨੀ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਬਹੁਤ ਵੱਡੇ ਮਹਾਪੁਰਖ, ਜੀਵਾਂ ਦੇ ਤਾਰਕ ਸਾਡੇ ਪਾਸ ਪਹੁੰਚੇ ਹੋ। ਮੈਂ ਤੁਮਰੀ ਆਇਸ ਨਹਿ ਮਾਨੀ। ਮੇਰੀ ਭੁੱਲ ਦੀ ਮੈਨੂੰ ਮਾਫੀ ਦਿਓ, ਮੈਂ ਆਪ ਜੀਆਂ ਦੀ ਆਗਿਆ ਨਹੀਂ ਮੰਨੀ। ਜਾਂ ਤੇ ਖੇਦ ਪਇਓ ਤਨ ਭਾਰੀ। ਇਸ ਕਰਕੇ ਮੈਨੂੰ ਬੜਾ ਖੇਦ, ਬੜਾ ਦੁੱਖ ਦਾ ਸਾਹਮਣਾ ਕਰਨਾ ਪਿਆ। ਇੱਕ ਤੇ ਭੁੱਖ ਦੇ ਨਾਲ ਬੜਾ ਦੁਖੀ ਸੀ, ਦੂਜਾ ਪਰਿਸ਼ਰਮ, ਦੂਸਰੀ ਬੜੀ ਥਕਾਵਟ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਇਹ ਦਿਜ ਕਰਮਕਾਂਡੀ ਪੰਡਿਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਾ ਹੈ। ਜੋ ਸਿੱਖ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀਆਂ ਹਨ, ਹੋਲੇ ਮਹੱਲੇ ਦੇ ਪੁਰਬ ਦੇ ਉੱਪਰ, ਜੋੜ ਮੇਲੇ ਦੇ ਉੱਪਰ ਸਿੱਖ ਸੰਗਤਾਂ ਹਾਜ਼ਰੀ ਭਰਨ ਦੇ ਵਾਸਤੇ ਜਾ ਰਹੀਆਂ ਹਨ। ਬੜੀਆਂ ਸਿੱਖ ਸੰਗਤਾਂ ਇਸ ਅਸਥਾਨ 'ਤੇ ਰਾਤ ਕੱਟ ਕੇ ਅੱਗੇ ਨੂੰ ਰਵਾਨਾ ਹੁੰਦੇ ਹਨ।
ਉਹਨਾਂ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਭਾਵੇਂ ਸਭਨਾਂ ਨੂੰ ਪਤਾ ਹੈ ਕਿ ਇਸ ਮਹਾਂਪੁਰਖਾਂ ਦੇ ਅਸਥਾਨ 'ਤੇ ਲੰਗਰ ਪਾਣੀ ਭੋਜਨ ਪਾਣੀ ਆਦਿ ਦਾ 24 ਘੰਟੇ ਦਾ ਪ੍ਰਬੰਧ ਹੈ, ਹੋਰ ਸੰਗਤਾਂ ਦੀ ਰਿਹਾਇਸ਼ ਦਾ ਇਸ਼ਨਾਨ ਪਾਣ ਦੇ ਲਈ ਸਾਰਾ ਪ੍ਰਬੰਧ ਹੈ, ਸਫਾਈ ਦਾ ਵੀ ਵਿਸ਼ੇਸ਼ ਸੰਗਤਾਂ ਧਿਆਨ ਰੱਖਣ। ਅਤੇ ਇੱਕ ਸੰਗਤਾਂ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਵੱਡੇ ਸੰਤ ਜੀ ਮਹਾਰਾਜ ਜੀਆਂ ਦੇ ਤਪ ਅਸਥਾਨ ਸ਼੍ਰੀ ਭੋਰਾ ਸਾਹਿਬ ਸਵੇਰੇ 6:30 ਵਜੇ ਖੁੱਲ੍ਹ ਜਾਣਗੇ ਅਤੇ ਜੋ ਸਿੱਖ ਸੰਗਤਾਂ ਵੱਡੇ ਸੰਤ ਜੀ ਮਹਾਰਾਜ ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਦੇ ਤਪ ਅਸਥਾਨ ਸ਼੍ਰੀ ਭੋਰਾ ਸਾਹਿਬ ਜੀਆਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਉਹ ਤਕਰੀਬਨ 6:30 ਵਜੇ ਦਰਸ਼ਨ ਕਰ ਸਕਦੇ ਹਨ। ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਵੱਡੇ ਸੰਤ ਜੀ ਮਹਾਰਾਜ ਜੀਆਂ ਦੇ ਤਪ ਅਸਥਾਨ ਸ਼੍ਰੀ ਭੋਰਾ ਸਾਹਿਬ ਸਵੇਰੇ 6:30 ਵਜੇ ਖੁੱਲ੍ਹ ਜਾਣਗੇ। ਜੋ ਸਿੱਖ ਸੰਗਤਾਂ ਦਰਸ਼ਨ ਕਰਨਾ ਚਾਹੁੰਦੇ ਹਨ ਸਵੇਰੇ 6:30 ਤੋਂ ਬਾਅਦ ਦਰਸ਼ਨ ਕਰ ਸਕਦੇ ਹਨ। ਹੁਣ ਜਿਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਕਰਮਕਾਂਡੀ ਪੰਡਤ ਨੂੰ ਭੋਜਨ ਪਾਣੀ ਛਕਾਉਣ ਤੋਂ ਬਾਅਦ ਇੱਕ ਸ਼ਬਦ ਉਚਾਰਨ ਕਰਕੇ ਗਿਆਨ ਦੀ ਸਿੱਖਿਆ ਦੇਣੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਜਾਂ ਤੇ ਖੇਦ ਪਇਓ ਤਨ ਭਾਰੀ, ਅਬ ਮੈਂ ਹੋ ਤੁਮਰੇ ਅਨਸਾਰੀ। ਜਾਂ ਤੇ ਖੇਦ ਪਇਓ ਤਨ ਭਾਰੀ, ਅਬ ਮੈਂ ਹੋ ਤੁਮਰੇ ਅਨਸਾਰੀ। हे अच्युत हे पार ब्रह्म अविनाशी अगनाश, हे पूरन हे सर्व मैं दुख भंजन गुण।